ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਸੰਵਿਧਾਨ ਦੇ ਹੱਕ ਵਿੱਚ ਖੜਨ ਦਾ ਨਾਰਾ ਮਾਰਿਆ। ਸੋ ਇਸ ਲੜਾਈ ਨੂੰ ਸੁਪਰੀਮ ਕੋਰਟ ਨੇ ਬੜੇ ਹੀ ਸੁਚੱਜੇ ਢੰਗ ਨਾਲ ਦੇਖਿਆ ਹੈ ਔਰ ਕੇਂਦਰ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ ਵੀ ਤੁਹਾਡੀ ਨੀਅਤ ਔਰ ਨੀਤੀ ਦੇ ਉੱਤੇ ਸਾਨੂੰ ਸ਼ੱਕ ਹੈਗਾ, ਸਾਫ਼ ਨਹੀਂ ਲੱਗਦੀ ਔਰ ਤੁਸੀਂ ਅੱਜ ਤੱਕ ਇੰਨੇ ਦਿਨਾਂ ਦੇ ਵਿੱਚ ਸੰਘਰਸ਼ ਦੇ ਵਿੱਚ ਕਿਸਾਨ ਬੈਠੇ ਨੇ, ਤੁਸੀਂ ਕੋਈ ਵੀ ਹੱਲ ਜਿਹੜਾ ਕੱਢਣ 'ਚ ਅਸਫਲ ਰਹੇ ਹੋ। ਜਦੋਂ ਰਾਜ ਸਭਾ ਦੇ ਵਿੱਚ ਪਾਸ ਹੋਇਆ ਹੈ, ਅੱਜ ਤੱਕ ਜੋ ਵੀ ਰਾਜ ਸਭਾ ਦੇ ਵਿੱਚ ਹੋਇਆ ਅਸੀਂ ਸਾਰਿਆਂ ਨੇ ਨੈਸ਼ਨਲ ਟੀਵੀ ਤੇ ਦੇਖਿਆ ਹੈਗਾ, ਪਬਲਿਕ ਡੋਮੇਨ ਨੇ ਵੀ ਦੇਖਿਆ ਹੈਗਾ ਉਹਨੂੰ ਕਿਸ ਤਰ੍ਹਾਂ ਇਹਨਾਂ ਨੇ ਉਹਨੂੰ ਜਾਣ ਬੁੱਝ ਕੇ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਪਾਸ ਕਰਾਇਆ। ਸੋ ਇਹ ਜਿਹੜੀਆਂ ਕੇਂਦਰ ਸਰਕਾਰ ਦੀਆਂ ਦਲੀਲਾਂ ਨੇ ਵੀ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਲੈ ਕੇ ਆ ਰਹੇ ਹਾਂ ਜਾਂ ਕਿਸਾਨ ਸੰਗਠਨ ਸਾਡੇ ਨਾਲ ਨੇ, ਇਹ ਬਿਲਕੁਲ ਝੂਠੀਆਂ ਨੇ। ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਅੰਦੋਲਨ ਦੇ ਹੱਕ ਦੇ ਵਿੱਚ ਜਾਂ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਸੰਬੰਧੀ ਤਾਂ ਕੁਝ ਵੀ ਨਹੀਂ ਬੋਲ ਰਹੇ। ਜਿਨ੍ਹਾਂ ਦਿਨਾਂ ਤੋਂ ਸਤੰਬਰ ਮਿਡਲ ਤੋਂ ਇਹ ਅੰਦੋਲਨ ਸਟਾਰਟ ਹੋਇਆ ਹੈ, ਉਦੋਂ ਤੋਂ ਹੀ ਉਹ ਇਹ ਪ੍ਰਚਾਰ ਕਰ ਰਹੇ ਨੇ ਵੀ ਇਹ ਕਾਨੂੰਨ ਬਹੁਤ ਵਧੀਆ ਨੇ, ਕਾਨੂੰਨ ਸਰਕਾਰ ਇਸ ਕਰਕੇ ਲੈ ਕੇ ਆਈ ਵੀ ਕਿਸਾਨ ਦੀ ਆਮਦਨ ਅਸੀਂ ਡਬਲ ਕਰ ਰਹੇ ਹਾਂ, ਕਿਸਾਨ ਨੂੰ ਅਸੀਂ ਅਮੀਰ ਬਣਾ ਰਹੇ ਹਾਂ। ਪਰ ਦੇਖੋ ਕਿੰਨੀ ਘਟੀਆ ਤੇ ਹੋਸ਼ੀ ਰਾਜਨੀਤੀ ਹੈਗੀ ਆ ਵੀ ਜਿਹੜਾ ਕਿਸਾਨ ਪ੍ਰਦਰਸ਼ਨ ਕਰ ਰਿਹਾ ਉਸ ਨੂੰ ਇਹਦਾ ਇੱਕ ਵੀ ਫਾਇਦਾ ਸਰਕਾਰ ਨਹੀਂ ਦੱਸ ਸਕੀ। ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਪਤਾ ਹੈ ਵੀ ਇਹ ਕਾਨੂੰਨ ਜਿਹੜੇ ਆ ਕਾਰਪੋਰੇਟ ਦਬਾਅ ਦੇ ਹੇਠ ਬਣਾਏ ਗਏ ਆ ਤੇ ਉਹ ਸਹੀ ਸਵਾਲਾਂ ਦਾ ਜਿਹੜਾ ਸਾਹਮਣਾ ਉਹ ਕਰ ਨਹੀਂ ਸਕਦੇ, ਉਹ ਸਿਰਫ ਮਨ ਕੀ ਬਾਤ ਕਰ ਸਕਦੇ ਆ, ਜਨ ਦੀ ਬਾਤ ਉਹ ਕਦੇ ਸੁਣ ਨਹੀਂ ਸਕਦੇ। ਰੋਕ ਲਗਾਉਣ ਦੀ ਵੀ ਗੱਲ ਕੀਤੀ ਹੈ ਵੀ ਸਰਕਾਰ ਨੇ ਹੁਣ ਤੱਕ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਨੂੰ ਜਿਹੜਾ ਲਾਗੂ ਕਰਨ ਤੇ ਰੋਕ ਨਹੀਂ ਜਾਗੀ। ਵੀ ਕਿਹਾ ਗਿਆ ਕਿ ਇਹਨਾਂ ਦੇ ਜੇ ਸਰਕਾਰ ਨਹੀਂ ਰੋਕ ਲਗਾਉਂਦੀ ਤਾਂ ਕੋਰਟ ਇਸ 'ਤੇ ਫੈਸਲਾ ਲੈ ਸਕਦਾ। ਤੋ ਇਹ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈਗਾ ਭਾਰਤੀ ਸਰਕਾਰ ਦੇ ਉੱਤੇ, ਕੇਂਦਰ ਸਰਕਾਰ ਦੇ ਉੱਤੇ ਔਰ ਕੈਬਨਿਟ ਦੇ ਉੱਤੇ ਕਿ ਜੇਕਰ ਉਹ ਇਹਨਾਂ ਕਾਨੂੰਨਾਂ ਦੇ ਉੱਤੇ ਰੋਕ ਨਹੀਂ ਲਗਾਉਂਦੇ ਹੈਗੇ ਜਾਂ ਇਹਨਾਂ ਕਾਨੂੰਨਾਂ ਦੀ ਐਗਜ਼ੀਕਿਊਸ਼ਨ ਤੇ ਰੋਕ ਨਹੀਂ ਲਗਾਉਂਦੇ ਹੈਗੇ, ਫਿਰ ਜੇਕਰ ਸੁਪਰੀਮ ਕੋਰਟ ਲਗਾਉਂਦੀ ਹੈ ਇਹ ਕੇਂਦਰ ਸਰਕਾਰ ਦੀ ਬਹੁਤ ਵੱਡੀ ਕਾਨੂੰਨੀ ਔਰ ਨੈਤਿਕ ਹਾਰ ਹੋਵੇਗੀ। ਸਰਕਾਰ ਕਿਸੇ ਨਾ ਕਿਸੇ ਤਰ੍ਹਾਂ 26 ਜਨਵਰੀ ਤੱਕ ਦੀ ਤਰੀਕ ਜਿਹੜੀ ਆ ਉਹ ਲਗਾਉਣਾ ਚਾਹੁੰਦੀ ਸੀ, ਪਰ ਇਸ ਵਿੱਚ ਸੁਪਰੀਮ ਕੋਰਟ ਹੁਣ ਬਹੁਤ ਵੱਡੀ ਦੀਵਾਰ ਬਣ ਕੇ ਖੜ ਗਿਆ ਹੈ ਕਿ ਤੁਸੀਂ 26 ਤੋਂ ਪਹਿਲਾਂ ਦੱਸੋ ਵੀ ਅਸੀਂ ਕੀ ਕਰਨਾ ਹੈ ਜਾਂ ਫਿਰ ਸੁਪਰੀਮ ਕੋਰਟ ਖੁਦ ਐਕਸ਼ਨ ਲਵੇ। ਖੇਤੀ ਕਾਨੂੰਨਾਂ ਨਾਲ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ। ਜੋ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜੋ ਸੰਘਰਸ਼ ਚੱਲ ਰਿਹਾ ਦਿੱਲੀ ਦੇ ਬਾਰਡਰਾਂ ਉੱਤੇ, ਉਸ ਨੂੰ ਹਟਾਉਣ ਦੇ ਲਈ ਉਸ ਦੇ ਉੱਤੇ ਸੁਣਵਾਈ ਜਿਹੜੀ ਹੈਗੀ ਹੈ ਕੀਤੀ ਜਾ ਰਹੀ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ। ਸਾਡੇ ਨਾਲ ਮੌਜੂਦ ਹਨ ਸੀਨੀਅਰ ਐਡਵੋਕੇਟ ਕਮਲ ਸੈਣੀ ਜੀ। ਗੱਲ ਕਰਦੇ ਹਾਂ ਕਮਲ ਸੈਣੀ ਜੀ, ਹੁਣ ਤੱਕ ਜਿਹੜੀ ਸੁਣਵਾਈ ਹੋਈ ਹੈ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ, ਕੀ ਗੱਲਬਾਤ ਹੋਈ ਸਾਰੀ? ਦੇਖੋ ਜਿਹੜੀ ਸੁਣਵਾਈ ਪਿਛਲੇ ਸਮੇਂ ਦੌਰਾਨ ਸੁਪਰੀਮ ਕੋਰਟ ਔਰ ਅੱਜ ਹੋਈ ਹੈ, ਉਦੋਂ ਤੋਂ ਬੜਾ ਰੁਖ ਸਪਸ਼ਟ ਹੈ ਵੀ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਸੰਵਿਧਾਨ ਦੇ ਹੱਕ ਵਿੱਚ ਖੜਨ ਦਾ ਨਾਰਾ ਮਾਰਿਆ। ਸੋ ਇਸ ਲੜਾਈ ਨੂੰ ਸੁਪਰੀਮ ਕੋਰਟ ਨੇ ਬੜੇ ਹੀ ਸੁਚੱਜੇ ਢੰਗ ਨਾਲ ਦੇਖਿਆ ਹੈ ਔਰ ਕੇਂਦਰ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ ਵੀ ਤੁਹਾਡੀ ਨੀਅਤ ਔਰ ਨੀਤੀ ਦੇ ਉੱਤੇ ਸਾਨੂੰ ਸ਼ੱਕ ਹੈਗਾ, ਸਾਫ਼ ਨਹੀਂ ਲੱਗਦੀ ਔਰ ਤੁਸੀਂ ਅੱਜ ਤੱਕ ਇੰਨੇ ਦਿਨਾਂ ਦੇ ਵਿੱਚ ਸੰਘਰਸ਼ ਦੇ ਵਿੱਚ ਕਿਸਾਨ ਬੈਠੇ ਨੇ, ਤੁਸੀਂ ਕੋਈ ਵੀ ਹੱਲ ਜਿਹੜਾ ਕੱਢਣ 'ਚ ਅਸਫਲ ਰਹੇ ਹੋ। ਸਰਕਾਰ ਵੱਲੋਂ ਜਿਹੜੇ ਹੈਗੇ ਵਕੀਲ ਸੀਗੇ ਉਹਨਾਂ ਨੇ ਕੀ ਦਲੀਲਾਂ ਦਿੱਤੀਆਂ ਇਸ ਨੂੰ ਲੈ ਕੇ? ਦੇਖੋ ਸਰਕਾਰ ਵੱਲੋਂ ਤੁਸ਼ਾਰ ਮਹਿਤਾ ਜੀ ਜਿਹੜੇ ਸੋਲਿਸਿਟਰ ਜਨਰਲ ਨੇ, ਉਹਨਾਂ ਨੇ ਬੜੇ ਸਪਸ਼ਟ ਕਿਹਾ ਬਈ ਸਾਡੇ ਕੋਲ ਬਹੁਤ ਜ਼ਿਆਦਾ ਸੰਗਠਨ ਹੈ ਨੇ ਜਿਹੜੇ ਕਾਨੂੰਨਾਂ ਦੇ ਪੱਖ ਵਿੱਚ ਨੇ ਔਰ ਇਹ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਵਾਲ ਕੀਤਾ ਹੈ ਵੀ ਜੇਕਰ ਕੋਈ ਇੱਦਾਂ ਦਾ ਸੰਗਠਨ ਤੁਹਾਡੇ ਪੱਖ 'ਚ ਹੈ, ਤੁਸੀਂ ਔਨ ਰਿਕਾਰਡ ਉਸ ਨੂੰ ਲੈ ਕੇ ਨਹੀਂ ਆਏ। ਔਰ ਬਹੁਤੇ ਕਿਸਾਨ ਜਿਹੜੇ ਨੇ, ਅਸੀਂ ਵੀ ਦੇਖ ਰਹੇ ਹਾਂ, ਸੁਪਰੀਮ ਕੋਰਟ ਨੇ ਸੰਗਿਆਨ ਵੀ ਖੁਦ ਦੇਖਿਆ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਬਹੁਤਾਤ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਇਹਨਾਂ ਕਾਨੂੰਨਾਂ ਤੋਂ ਖਿਲਾਫ ਹੈਗਾ। ਤਾਂ ਜਿਹੜੇ ਇੱਦਾਂ ਦੇ ਸੰਗਠਨ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਤੁਸੀਂ ਕੋਰਟ ਦੇ ਵਿੱਚ ਕਿਉਂ ਨਹੀਂ ਲੈ ਕੇ ਆਏ ਜਾਂ ਤੁਸੀਂ ਕੋਈ ਐਕਸਪਰਟ ਕਮੇਟੀ ਕਿਉਂ ਨਹੀਂ ਬਣਾਈ ਅੱਜ ਤੱਕ ਜਿਹੜੀ ਉਹਨਾਂ ਦੀ ਕੋਈ ਗੱਲ ਸੁਣ ਸਕਦਾ ਹੋਵੇ? ਰੋਕ ਲਗਾਉਣ ਦੀ ਵੀ ਗੱਲ ਕੀਤੀ ਹੈ ਵੀ ਸਰਕਾਰ ਨੇ ਹੁਣ ਤੱਕ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਨੂੰ ਜਿਹੜਾ ਲਾਗੂ ਕਰਨ ਤੇ ਰੋਕ ਨਹੀਂ ਜਾਗੀ। ਵੀ ਕਿਹਾ ਗਿਆ ਕਿ ਇਹਨਾਂ ਦੇ ਜੇ ਸਰਕਾਰ ਨਹੀਂ ਰੋਕ ਲਗਾਉਂਦੀ ਤਾਂ ਕੋਰਟ ਇਸ 'ਤੇ ਫੈਸਲਾ ਲੈ ਸਕਦਾ। ਬਿਲਕੁਲ ਸੁਪਰੀਮ ਕੋਰਟ ਨੇ ਬੜਾ ਕਹਿ ਸਕਦੇ ਹਾਂ ਬੜੀ ਹਿੱਕ ਠੋਕ ਕੇ ਜਿਹੜੀ ਇਹ ਗੱਲ ਕਹੀ ਹੈ ਕਿ ਅਸੀਂ ਜੇਕਰ ਤੁਸੀਂ ਇਹਨਾਂ ਕਾਨੂੰਨਾਂ ਦੀ ਐਗਜ਼ੀਕਿਊਸ਼ਨ ਦੇ ਉੱਤੇ ਰੋਕ ਨਹੀਂ ਲਗਾ ਸਕਦੇ ਤਾਂ ਫਿਰ ਅਸੀਂ ਕੁਝ ਕਰਨਾ, ਕਿਉਂਕਿ ਸੁਪਰੀਮ ਕੋਰਟ ਨੇ ਖੁਦ ਕਿਹਾ ਕਿ ਅਸੀਂ ਫਿਰ ਸੁਪਰੀਮ ਕੋਰਟ ਹੈ, ਅਸੀਂ ਦੇਖਣਾ ਹੈ ਕਿ ਜਨਤਾ ਦੇ ਹਿੱਤ ਵਿੱਚ ਔਰ ਸੰਵਿਧਾਨ ਦੀ ਰਾਖੀ ਦੇ ਲਈ ਅਸੀਂ ਕੀ ਕਰਨਾ ਹੈਗਾ। ਤਾਂ ਇਹ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈਗਾ ਭਾਰਤੀ ਸਰਕਾਰ ਦੇ ਉੱਤੇ, ਕੇਂਦਰ ਸਰਕਾਰ ਦੇ ਉੱਤੇ ਔਰ ਕੈਬਨਿਟ ਦੇ ਉੱਤੇ ਕਿ ਜੇਕਰ ਉਹ ਇਹਨਾਂ ਕਾਨੂੰਨਾਂ ਦੇ ਉੱਤੇ ਰੋਕ ਨਹੀਂ ਲਗਾਉਂਦੇ ਹੈਗੇ ਜਾਂ ਇਹਨਾਂ ਕਾਨੂੰਨਾਂ ਦੀ ਐਗਜ਼ੀਕਿਊਸ਼ਨ ਤੇ ਰੋਕ ਨਹੀਂ ਲਗਾਉਂਦੇ ਹੈਗੇ, ਫਿਰ ਜੇਕਰ ਸੁਪਰੀਮ ਕੋਰਟ ਲਗਾਉਂਦੀ ਹੈ ਇਹ ਕੇਂਦਰ ਸਰਕਾਰ ਦੀ ਬਹੁਤ ਵੱਡੀ ਕਾਨੂੰਨੀ ਔਰ ਨੈਤਿਕ ਹਾਰ ਹੋਵੇਗੀ।
ਅਗਰ ਮਾਨਯੋਗ ਸੁਪਰੀਮ ਕੋਰਟ ਕਾਨੂੰਨਾਂ ਨੂੰ ਲਾਗੂ ਕਰਨ ਤੇ ਰੋਕ ਲਗਾ ਦਿੰਦੀ ਹੈ ਤਾਂ ਕਿੰਨੀ ਕੁ ਜਿੱਤ ਮੰਨਦੇ ਹੋ ਕਿਸਾਨਾਂ ਦੀ ਕਿ ਕਿਸਾਨਾਂ ਨੂੰ ਜਿਹੜਾ ਵਾਪਸ ਆ ਜਾਣਾ ਚਾਹੀਦਾ ਜਾਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ? ਅਗਰ ਸੁਪਰੀਮ ਕੋਰਟ ਅੱਜ ਜਿਸ ਤਰ੍ਹਾਂ ਉਹਨਾਂ ਦਾ ਵਿਊ ਹੈਗਾ ਇਹਨਾਂ ਕਾਨੂੰਨਾਂ ਦੇ ਉੱਤੇ ਲਾਗੂ ਹੋਣ ਦੇ ਉੱਤੇ ਰੋਕ ਲਗਾਉਂਦੀ ਹੈ ਤਾਂ ਉਹ ਬਹੁਤ ਛੋਟੀ ਜਿੱਤ ਹੈ ਕਿਸਾਨੀ ਦੀ। ਉਹ ਮੈਂ ਉਹਨੂੰ ਬਲਕਿ ਕਿਸਾਨੀ ਦੀ ਜਿੱਤ ਨਹੀਂ ਕਹਾਂਗਾ ਉਹ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹ ਆਪਣੇ ਮਾਣ ਸਨਮਾਨ ਨੂੰ ਕਾਇਮ ਰੱਖਦੇ ਹੋਏ ਸੰਵਿਧਾਨ ਦੀ ਇਹ ਕਾਫੀ ਵੱਡੀ ਜਿੱਤ ਹੋਵੇਗੀ। ਔਰ ਕਿਸਾਨੀ ਮੁੱਦਿਆਂ ਦੀ ਜਿਹੜੀ ਜਿੱਤ ਹੈ ਉਹ ਉਦੋਂ ਹੀ ਹੋਵੇਗੀ ਜਦੋਂ ਤੱਕ ਇਹ ਸਾਰੇ ਕਾਨੂੰਨ ਵਾਪਸ ਨਹੀਂ ਹੁੰਦੇ, ਕਿਉਂਕਿ ਕਿਸਾਨ ਸੰਗਠਨ ਇਸ ਗੱਲ ਨੂੰ ਲੈ ਕੇ ਚਿੰਤਿਤ ਨੇ ਵੀ ਜੇਕਰ ਅੱਜ ਕੁਝ ਅੰਸ਼ਿਕ ਸੋਧਾਂ ਇਹਦੇ ਵਿੱਚ ਹੋ ਵੀ ਜਾਣ ਤਾਂ ਕੇਂਦਰ ਸਰਕਾਰ ਦੇ ਲਈ ਦੁਬਾਰਾ ਰਾਹ ਖੁੱਲ੍ਹ ਜਾਏਗਾ ਕਿ ਉਹ ਸੰਵਿਧਾਨ ਦੀ ਪ੍ਰਕਿਰਿਆ ਤੋਂ ਬਾਹਰ ਹੋ ਕੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਸਿੱਧਾ ਡਾਕਾ ਮਾਰਨਗੀਆਂ, ਕਿਉਂਕਿ ਪੰਜਾਬ ਔਰ ਹਰਿਆਣੇ ਦੀ ਰਾਜਨੀਤੀ ਨੇ ਇਹ ਦਿਖਾ ਦਿੱਤਾ ਹੈਗਾ ਵੀ ਜੇਕਰ ਸੂਬਾ ਸਰਕਾਰਾਂ ਫੇਲ ਹੋਈਆਂ ਨੇ, ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਜਾਂ ਕੇਂਦਰ ਸਰਕਾਰ ਤੋਂ ਡਰਦੇ ਹੋਏ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਕੇਂਦਰ ਸਰਕਾਰ ਨੂੰ ਸੰਵਿਧਾਨਿਕ ਹੱਕਾਂ ਤੇ ਡਾਕਾ ਮਾਰਨ ਦੀ ਆਗਿਆ ਦਿੱਤੀ ਹੈ, ਤਾਂ ਸਿਰਫ ਅੱਜ ਕਿਸਾਨ ਯੂਨੀਅਨ ਹੈ ਜਿਹੜੀ ਉਹ ਸੰਵਿਧਾਨ ਦੀ ਰਾਖੀ ਲਈ ਔਰ ਲੋਕਾਂ ਦੀ ਰਾਖੀ ਲਈ ਖੜੀ ਹੈ। ਸਰਕਾਰੀ ਪੱਖ ਦੇ ਜਿਹੜੇ ਵਕੀਲ ਉਹਨਾਂ ਨੇ ਵੀ ਕਿਹਾ ਕਿ 15 ਤਰੀਕ ਤੱਕ ਕੋਈ ਰੋਕ ਨਾ ਲਗਾਈ ਜਾਵੇ, 15 ਤਰੀਕ ਨੂੰ ਮੀਟਿੰਗ ਆ, ਹੋ ਸਕਦਾ ਵੀ ਇਹਦੇ 'ਚ ਹੱਲ ਹੋ ਜਾਏ ਕੋਈ। ਦੇਖੋ ਸਰਕਾਰੀ ਪੱਖ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਇਸ ਅੰਦੋਲਨ ਨੂੰ ਅਸੀਂ ਲੰਮਾ ਲੈ ਜਾਈਏ, ਲੰਮਾ ਲਿਜਾਣ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਲੂਪਹੋਲ ਹੋਏ ਔਰ ਜਿਹੜੀਆਂ ਉਹ ਸੋ ਕਾਲਡ ਕਿਸਾਨ ਸੰਗਠਨ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕਰਕੇ ਰਿਕਾਰਡ ਤੇ ਲਿਆਈਏ ਜਾਂ ਉਹਨਾਂ ਦੀਆਂ ਕੋਈ ਜਿਹੜੀਆਂ ਹੈਗੀਆਂ ਨੇ ਰਿਪਰੈਜ਼ੈਂਟੇਸ਼ਨ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਸੁਪਰੀਮ ਕੋਰਟ 'ਚ ਲੈ ਕੇ ਆਈਏ। ਔਰ ਦੂਸਰੀ ਗੱਲ ਆ ਸਰਕਾਰ ਜਿਹੜੀ ਹੈ ਇਸ ਗੱਲ ਤੋਂ ਬਹੁਤ ਡਰੀ ਹੋਈ ਹੈ। ਅਸੀਂ ਪਿਛਲੀਆਂ ਮੀਟਿੰਗਾਂ ਦੌਰਾਨ ਦੇਖਿਆ ਵੀ ਜਿਹੜਾ ਕਿਸਾਨਾਂ ਨੇ ਦਿੱਲੀ ਜਿਹੜੀ ਟਰੈਕਟਰ ਰੈਲੀ ਕੀਤੀ ਹੈਗੀ ਆ ਹੁਣ ਪਿਛਲੇ ਦਿਨਾਂ 'ਚ ਉਹ ਬਹੁਤ ਵੱਡੀ ਸਫਲ ਰਹੀ ਹੈ। ਔਰ 26 ਜਨਵਰੀ ਨੂੰ ਜਿਹੜੀ ਗੱਲ ਹੈਗੀ ਆ ਕਿ ਕਿਸਾਨ ਦਿੱਲੀ ਦੇ ਵਿੱਚ ਸ਼ਾਂਤਮਈ ਟਰੈਕਟਰ ਰੈਲੀ ਕਰਨਗੇ, ਜਿਹੜੀ ਟਰੈਕਟਰ ਪਰੇਡ ਹੋਏਗੀ ਜਿਨ੍ਹਾਂ ਦੇ ਵਿੱਚ ਕਿਸਾਨਾਂ ਸ਼ਹੀਦ ਹੋਏ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੀਆਂ ਝਾਕੀਆਂ ਕੱਢੀਆਂ ਜਾਣਗੀਆਂ, ਖੇਤੀ ਦੇ ਉੱਤੇ ਝਾਕੀਆਂ ਕੱਢੀਆਂ ਜਾਣਗੀਆਂ। ਔਰ ਕਿਸਾਨਾਂ ਨੇ ਬਹੁਤ ਵੱਡਾ ਤਿਉਹਾਰ ਹੈ ਸਾਡਾ ਲੋਹੜੀ, ਉਸ ਦਿਨ ਇਹਦੀ ਕਾਲੇ ਕਾਨੂੰਨ ਦੀਆਂ ਕਾਪੀਆਂ ਜਿਹੜੀਆਂ ਫਾੜਨ ਦੀ ਜਿਹੜੀ ਗੱਲ ਹੈ ਜਾਂ ਸਾੜਨ ਦੀ ਗੱਲ ਹੈ ਉਹ ਕਹੀ ਹੈ। ਇਸ ਕਰਕੇ ਜਿਹੜੀ ਸਰਕਾਰ ਹੈ ਉਹ ਬਹੁਤ ਬੈਕਫੁੱਟ ਤੇ ਹੈਗੀ ਹੈ। ਸਰਕਾਰ ਕਿਸੇ ਨਾ ਕਿਸੇ ਤਰ੍ਹਾਂ 26 ਜਨਵਰੀ ਤੱਕ ਦੀ ਤਰੀਕ ਜਿਹੜੀ ਆ ਉਹ ਲਗਾਉਣਾ ਚਾਹੁੰਦੀ ਸੀ, ਪਰ ਇਸ ਤੇ ਸੁਪਰੀਮ ਕੋਰਟ ਹੁਣ ਬਹੁਤ ਵੱਡੀ ਦੀਵਾਰ ਬਣ ਕੇ ਖੜ ਗਿਆ ਹੈ ਕਿ ਤੁਸੀਂ 26 ਤੋਂ ਪਹਿਲਾਂ ਦੱਸੋ ਵੀ ਅਸੀਂ ਕੀ ਕਰਨਾ ਹੈ ਜਾਂ ਫਿਰ ਸੁਪਰੀਮ ਕੋਰਟ ਖੁਦ ਐਕਸ਼ਨ ਲਵੇਗੀ। 26 ਜਨਵਰੀ ਦੀ ਵੀ ਗੱਲ ਹੋਈ ਸੀ ਉੱਥੇ ਤੇ ਕਿਹਾ ਕਿ ਸਰਕਾਰੀ ਵਕੀਲ ਨੇ ਵੀ ਇਹ ਜਿਹੜੇ ਹੈਗੇ ਆ ਗਣਤੰਤਰ ਦਿਵਸ ਨੂੰ ਪ੍ਰਭਾਵਿਤ ਕਰ ਸਕਦੇ ਆ, ਉਸ ਨੂੰ ਖਰਾਬ ਕਰ ਸਕਦੇ ਆ। ਸਰਕਾਰ ਜਿਹੜੀ ਹੈਗੀ ਆ ਰਾਮਲੀਲਾ ਗਰਾਊਂਡ ਦੇ ਵਿੱਚ ਜਾਂ ਬਰਾੜੀ ਗਰਾਊਂਡ ਦੇ ਵਿੱਚ ਇਹਨਾਂ ਨੂੰ ਜਗ੍ਹਾ ਦੇਣ ਦੇ ਲਈ ਤਿਆਰ ਉੱਥੇ ਆ ਸਕਦੇ ਆ। ਨਹੀਂ ਦੇਖੋ ਜੀ, ਇਹ ਤਾਂ ਹਾਸੋਹੀਣੀਆਂ ਦਲੀਲਾਂ ਨੇ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਭਾਰਤ ਗਣਰਾਜ ਹੈ ਔਰ ਗਣਰਾਜ ਦੇ ਵਿੱਚ ਹਰ ਵਿਅਕਤੀ ਹਰ ਤਰ੍ਹਾਂ ਦੀ ਪਰੇਡ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ, ਚਾਹੇ ਉਹ 26 ਜਨਵਰੀ ਦੇ ਵਿੱਚ ਰਾਜਪਥ 'ਤੇ ਨਿਕਲਦੀ ਹੋਵੇ, ਚਾਹੇ ਉਹ ਸਟੇਟ ਲੈਵਲ 'ਤੇ ਨਿਕਲਦੀ ਹੋਵੇ, ਚਾਹੇ ਉਹ ਡਿਸਟ੍ਰਿਕਟ ਲੈਵਲ 'ਤੇ ਨਿਕਲਦੀ ਹੋਵੇ। ਕੋਈ ਵੀ ਪੀਸਫੁਲ ਪ੍ਰਦਰਸ਼ਨ ਕਰਨ ਤੋਂ ਜਾਂ ਪੀਸਫੁਲ ਪਰੇਡ ਦੇ ਵਿੱਚ ਹਿੱਸਾ ਲੈਣ ਤੋਂ ਕੋਈ ਵੀ ਕਿਸੇ ਨੂੰ ਰੋਕ ਨਹੀਂ ਸਕਦਾ। ਜਗ੍ਹਾ ਬਦਲਣ ਦੀ ਵੀ ਮਾਨਯੋਗ ਅਦਾਲਤ ਵੱਲੋਂ ਕਿਹਾ ਗਿਆ ਕਿ ਜਿਹੜਾ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾ ਸਕਦਾ, ਜਗ੍ਹਾ ਬਦਲਣ ਦੀ ਵੀ ਗੱਲ ਕਹੀ ਵੀ ਜਗ੍ਹਾ ਬਦਲੀ ਜਾ ਸਕਦੀ ਕਿਉਂਕਿ ਲੋਕਾਂ ਨੂੰ ਨੁਕਸਾਨ ਹੋ ਰਿਹਾ, ਸੜਕ ਆਵਾਜਾਈ ਠੱਪ ਹੋ ਰਹੀ ਹੈ ਇਹਦੇ ਨਾਲ। ਨਹੀਂ ਦੇਖੋ ਮੈਂ ਵੀ ਖੁਦ ਅੰਦੋਲਨ ਦੇ ਵਿੱਚ ਜਾ ਕੇ ਉੱਥੇ ਖੁਦ ਦੇਖ ਕੇ ਆਇਆ। ਇਹ ਕਿਸੇ ਵੀ ਅੰਦੋਲਨ ਨੂੰ ਅੱਜ ਤੱਕ ਇਹੋ ਜਿਹਾ ਕੋਈ ਵੀ ਅਹਿੰਸਕ ਅੰਦੋਲਨ ਅਸੀਂ ਨਹੀਂ ਦੇਖਿਆ ਆਪਣੀ ਉਮਰ ਦੇ ਵਿੱਚ। ਔਰ ਇਹ ਐਸਾ ਅੰਦੋਲਨ ਹੈ ਜਿੱਥੇ ਇੱਕ ਮੂੰਗਫਲੀ ਦਾ ਦਾਣਾ ਤੱਕ ਵੀ ਰੇਹੜੀ ਦੇ ਉੱਤੋਂ ਨਹੀਂ ਚੱਕਿਆ ਗਿਆ। ਸੋ ਐਡਾ ਵੱਡਾ ਅੰਦੋਲਨ ਹੈ, ਕੋਈ ਟ੍ਰੈਫਿਕ ਜਾਮ ਨਹੀਂ, ਕੋਈ ਕੁਛ ਨਹੀਂ ਹੈਗਾ। ਜਿੰਨਾ ਵੀ ਏਰੀਆ ਹੈਗਾ ਕਿਸਾਨਾਂ ਨੇ ਵਿਹਲਾ ਕੀਤਾ ਹੋਇਆ ਹੈਗਾ, ਸਿਰਫ ਉਹ ਐਜੀਟੇਸ਼ਨ ਆ ਜਿਹੜਾ ਕਰ ਰਹੇ ਆ ਬੜੇ ਆਰਾਮ ਦੇ ਨਾਲ। ਔਰ ਦਿੱਲੀ ਦੇ ਆਉਣ ਜਾਣ ਦੇ ਰਸਤੇ ਜਿਹੜੇ ਹੈਗੇ ਆ ਉਹ ਸਾਰੇ ਕੇਂਦਰ ਸਰਕਾਰ ਨੇ ਆਪ ਬੰਦ ਕੀਤੇ ਹੋਏ ਆ। ਪਟੀਸ਼ਨ ਕਰਤਾ ਵੱਲੋਂ ਇਹ ਵੀ ਕਿਹਾ ਗਿਆ ਕਿ ਰੋਜ਼ਾਨਾ 3500 ਕਰੋੜ ਦਾ ਨੁਕਸਾਨ ਹੋ ਰਿਹਾ ਹੈ, ਪਰੰਤੂ ਜੋ 70 ਦੇ ਕਰੀਬ ਜਾਨਾਂ ਜਾ ਚੁੱਕੀਆਂ ਉਸ ਦੀ ਗੱਲਬਾਤ ਨਹੀਂ ਕੀਤੀ ਗਈ। ਉਸ ਦਾ ਜ਼ਿੰਮੇਵਾਰ ਕੌਣ ਹੈ? ਦੇਖੋ ਪਟੀਸ਼ਨ ਕਰਤਾ ਦਾ ਜਿਹੜਾ ਕਹਿਣਾ ਹੈ ਵੀ ਇਹ 3500 ਕਰੋੜ ਦਾ ਨੁਕਸਾਨ ਹੈ ਜਾਂ ਹੋਰ ਨੁਕਸਾਨ ਹੋ ਰਿਹਾ ਹੈ, ਇਹ ਬੜੀ ਹਾਸੋਹੀਣੀ ਗੱਲ ਹੈ। ਇਸ ਮੁਲਕ ਦੇ ਵਿੱਚ ਜਦੋਂ ਤੋਂ ਸਰਕਾਰ ਆਈ ਹੈ, ਕਰੋਨਾ ਸੰਕਟ ਆਇਆ ਹੈ, ਅਰਬਾਂ ਕਰੋੜਾਂ ਦਾ ਨੁਕਸਾਨ ਜਿਹੜਾ ਹੋ ਚੁੱਕਿਆ ਹੈਗਾ ਔਰ ਨਿਰੰਤਰ ਜਾਰੀ ਹੈ ਕੇਂਦਰ ਸਰਕਾਰ ਦੀ ਨਲਾਇਕੀ ਦੇ ਕਾਰਨ। ਜਿਹੜੀ ਦੂਸਰੀ ਗੱਲ ਉਹਨਾਂ ਨੇ ਆਪਾਂ ਕਹਿੰਦੇ ਆ ਕਿ 70 ਜਾਨਾਂ ਚਲੇ ਗਈਆਂ, ਉਹਨਾਂ ਜਾਨਾਂ ਦੀ ਤਾਂ ਕੋਈ ਕੀਮਤ ਨਹੀਂ, ਉਹ ਤਾਂ ਬਹੁਤ ਬੇਸ਼ਕੀਮਤੀ ਸੀਗੀਆਂ। ਉਹ ਸਾਰੀ ਦੀ ਸਾਰੀ ਜਿਹੜੀ ਹੈ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਵਿਅਕਤੀਆਂ ਨੂੰ ਜਿਹੜੇ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਘਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਦੇਖਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਔਰ ਉਹਨਾਂ ਦੀ ਮੌਤ ਦਾ ਕਾਰਨ ਵੀ ਕੇਂਦਰ ਸਰਕਾਰ ਹੈ।
ਵਕੀਲ ਸਾਹਿਬ ਜਿਹੜੀ ਗੱਲ ਕੀਤੀ ਗਈ ਆ ਕਿ ਸਰਕਾਰ ਮਾਨਯੋਗ ਸੁਪਰੀਮ ਕੋਰਟ ਸਰਕਾਰ ਦੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਲਾਗੂ ਕਰਨ ਤੇ ਸਟੇ ਆਰਡਰ ਜਾਰੀ ਕਰ ਸਕਦੀ ਆ। ਅਗਰ ਸਟੇ ਆਰਡਰ ਜਾਰੀ ਕੀਤੇ ਜਾਂਦੇ ਆ ਤਾਂ ਭਵਿੱਖ ਦੇ ਵਿੱਚ ਉਹ ਟੁੱਟ ਵੀ ਸਕਦੇ ਆ ਕਿ ਅਗਰ ਸਰਕਾਰ ਹੋਰ ਇਹਦੇ ਵਿੱਚ ਆਪਣਾ ਪੱਖ ਰੱਖਦੀ ਆ ਉਹ ਟੁੱਟ ਕੇ ਦੁਬਾਰਾ ਲਾਗੂ ਹੋ ਸਕਦੇ ਕਾਨੂੰਨ। ਬਿਲਕੁਲ, ਜਿਹੜਾ ਇਹ ਟੈਂਪਰੇਰੀ ਤੌਰ ਤੇ ਸਾਨੂੰ ਰਿਲੀਫ ਮਿਲਣਾ ਵੀ ਸਟੇ ਆਰਡਰ ਨੂੰ ਪ੍ਰੋਸੀਡਿੰਗ ਜਿਹੜੀਆਂ ਉਹਦੀਆਂ ਲਾਗੂ ਹੋਣੇ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਸੁਪਰੀਮ ਕੋਰਟ ਅਗਰ ਰੋਕ ਲਗਾਉਂਦੀ ਹੈ ਤਾਂ ਇਹ ਟੈਂਪਰੇਰੀ ਤੌਰ ਤੇ ਸਾਡਾ ਕੋਲ ਰਿਲੀਫ ਹੈਗਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਕੇਂਦਰ ਸਰਕਾਰ ਆਪਣੀਆਂ ਹੋਰ ਪੱਖ ਮਜ਼ਬੂਤੀ ਦੇ ਨਾਲ ਰੱਖਦੀ ਹੈ, ਹੋਰ ਨੀਵਾਂ ਹੋ ਕੇ ਸੁਪਰੀਮ ਕੋਰਟ ਨੂੰ ਅਸ਼ੋਰ ਕਰ ਦਿੰਦੀ ਹੈ ਕਿ ਅਸੀਂ ਤਾਂ ਜੀ ਇਹਨਾਂ ਨੂੰ ਲੰਮਾ ਸਮਾਂ ਹੋਰ ਦੇ ਸਕਦੇ ਹਾਂ, ਇਹਨਾਂ ਨੂੰ ਹੋਲਡ ਕਰਨ ਦੇ ਲਈ ਅਸੀਂ ਖੁਦ ਦੇ ਸਕਦੇ ਹਾਂ, ਤਾਂ ਉਹ ਕਿਤੇ ਨਾ ਕਿਤੇ ਇਹ ਜਿਹੜਾ ਸੰਘਰਸ਼ ਹੈ ਉਹਨੂੰ ਤਾਰਪੀਡੋ ਕਰਨ 'ਚ, ਉਹਦੀ ਮੋਮੈਂਟਮ ਨੂੰ ਘੱਟ ਕਰਨ ਦੇ ਵਿੱਚ ਕੇਂਦਰ ਸਰਕਾਰ ਦੇ ਹੱਕ ਦੇ ਵਿੱਚ ਜਾਂਦਾ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਕਿ ਹੁਣ ਤੱਕ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਅਸਫਲ ਰਹੀ ਆ। ਕਮੇਟੀ ਬਣਾਉਣ ਦੀ ਵੀ ਗੱਲ ਕੀਤੀ ਗਈ। ਅਗਰ ਕਮੇਟੀ ਬਣਾ ਦਿੰਦਾ ਹੈ ਮਾਨਯੋਗ ਸੁਪਰੀਮ ਕੋਰਟ ਤਾਂ ਲੱਗਦਾ ਕਿ ਮਸਲੇ ਦਾ ਹੱਲ ਹੋ ਸਕਦਾ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਸੋਧ ਕਰ ਦਿੰਦੇ ਆ, ਕਿਸਾਨ ਲਗਾਤਾਰ ਅੜੇ ਹੋਏ ਨੇ ਕਿ ਸੋਧ ਨਹੀਂ ਚਾਹੀਦੀ, ਕਾਨੂੰਨ ਰੱਦ ਹੋਣੇ ਚਾਹੀਦੇ ਆ। ਅਗਰ ਕਮੇਟੀ ਬਣਦੀ ਹੈ ਕੀ ਲੱਗਦਾ ਮਸਲੇ ਦਾ ਹੱਲ ਹੁੰਦਾ? ਦੇਖੋ ਜੀ, ਅਗਰ ਜਿਹੜੀ ਕਮੇਟੀ ਬਣਦੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਿਸਾਨ ਸੰਗਠਨਾਂ ਨੂੰ ਸ਼ਾਮਿਲ ਹੋਣਾ ਚਾਹੀਦਾ, ਉਸ ਤੋਂ ਬਾਅਦ ਸੰਵਿਧਾਨ ਵਿਸ਼ੇਸ਼ੱਗ ਇਹਨਾਂ ਸੰਗਠਨਾਂ ਦੇ ਵਿੱਚ ਸ਼ਾਮਿਲ ਹੋਣੇ ਚਾਹੀਦੇ ਨੇ, ਕਿਉਂਕਿ ਇਹ ਇਕੱਲਾ ਕਿਸਾਨੀ ਮੁੱਦਾ ਨਹੀਂ ਹੈ, ਇਹ ਸਾਡੇ ਸੰਵਿਧਾਨ ਨੂੰ ਚੁਣੌਤੀ ਹੈ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਚੋਰ ਮੋਰੀਆਂ ਦੇ ਰਾਹੀਂ ਖੇਤੀਬਾੜੀ ਦੇ ਸੈਕਟਰ ਨੂੰ ਵਪਾਰ ਦੇ ਵਿੱਚ ਲੈ ਕੇ ਉਹਦੇ ਉੱਤੇ ਸੰਵਰਤੀ ਸੂਚੀ ਵਿੱਚ ਲੈ ਕੇ ਇਹ ਕਾਨੂੰਨ ਬਣਾਇਆ। ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਜਿਹੜੀ ਆ ਹਰ ਚੀਜ਼ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਹੈ, ਇਹ ਸਾਡੇ ਸੰਵਿਧਾਨ ਨੂੰ ਚੁਣੌਤੀ ਹੈ। ਇਸ ਤਰ੍ਹਾਂ ਸੂਬਿਆਂ ਦੇ ਅਧਿਕਾਰਾਂ ਤੇ ਸਾਡੇ ਜਿਹੜਾ ਸੰਵਿਧਾਨ ਹੈ ਉਹਦੇ ਤੇ ਬਹੁਤ ਵੱਡਾ ਡਾਕਾ ਵੱਜ ਰਿਹਾ ਹੈ। ਇਸ ਕਮੇਟੀ ਨੂੰ ਸੁਪਰੀਮ ਕੋਰਟ ਆਪਣੀ ਨਿਗਰਾਨੀ ਦੇ ਵਿੱਚ ਬਣਾਵੇ। ਹੋ ਸਕਦਾ ਹੈ ਅਗਰ ਸੁਪਰੀਮ ਕੋਰਟ ਵੱਡਾ ਫੈਸਲਾ ਕਰੇ ਤਾਂ ਕਿਸੇ ਸਿਟਿੰਗ ਜੱਜ ਦੀ ਚੇਅਰਮੈਨਸ਼ਿਪ ਦੇ ਵਿੱਚ ਇਸ ਕਮੇਟੀ ਨੂੰ ਬਣਾਵੇ, ਤਾਂ ਕਿ ਇਹ ਗੱਲ ਦੇਖੀ ਜਾ ਸਕੇ ਕਿ ਸੰਵਿਧਾਨ ਦੇ ਉੱਤੇ ਜਿਹੜਾ ਖਤਰਾ ਕੇਂਦਰ ਸਰਕਾਰ ਨੇ ਲੈ ਕੇ ਆਂਦਾ ਹੈ ਉਸ ਨੂੰ ਕਿਵੇਂ ਹੱਲ ਕੀਤਾ ਜਾ ਸਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਬੀਜੇਪੀ ਦੀ ਸਰਕਾਰ ਹੈ ਜਾਂ ਕੋਈ ਹੋਰ ਵੀ ਸਰਕਾਰ ਆਉਂਦੀ ਹੈ ਉਹ ਇੱਦਾਂ ਦਾ ਕੰਮ ਨਾ ਕਰ ਸਕੇ ਜਿਹੜੀ ਸੰਵਿਧਾਨ ਨੂੰ ਅੱਖੋਂ ਪਰੋਖੇ ਕਰਕੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰਿਆ ਜਾਵੇ। ਕਾਨੂੰਨੀ ਮਾਰਾਂ ਦੀ ਚਰਚਾ ਦੇ ਦੌਰਾਨ ਲਗਾਤਾਰ ਸਾਹਮਣੇ ਆ ਰਿਹਾ ਕਿ ਆਰਡੀਨੈਂਸ ਜਿਹੜੇ ਲਿਆਂਦੇ ਜਾਂਦੇ ਆ, ਆਰਡੀਨੈਂਸ ਐਮਰਜੈਂਸੀ ਦੇ ਵਿੱਚ ਲਿਆਂਦੇ ਜਾਂਦੇ ਆ, ਤੇ ਅਜਿਹੀ ਕਿਹੜੀ ਐਮਰਜੈਂਸੀ ਸੀ ਸਰਕਾਰ ਵੱਲੋਂ ਲਿਆਂਦੇ ਗਏ? ਇਸ ਤੇ ਮਾਨਯੋਗ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚਰਚਾ ਨਹੀਂ ਹੋ ਰਹੀ। ਅਗਰ ਇਸ ਤੇ ਚਰਚਾ ਹੋਵੇ ਤਾਂ ਸਰਕਾਰ ਜਿਹੜੇ ਕਾਨੂੰਨ ਲਿਆਂਦੇ ਆ ਕਿਤੇ ਨਾ ਕਿਤੇ ਉਹ ਜਿਹੜੇ ਹੈਗੇ ਕਾਨੂੰਨ ਤੋਂ ਉਲਟ ਲਿਆਂਦੇ ਗਏ, ਉਸ ਤੇ ਵੀ ਜਿਹੜਾ ਹੈਗਾ ਕਿਸਾਨਾਂ ਨੂੰ ਫਾਇਦਾ ਮਿਲ ਸਕਦਾ। ਦੇਖੋ, ਅੱਜ ਉਹਨਾਂ ਨੇ ਸਰਕਾਰ ਨੇ ਦਲੀਲ ਦਿੱਤੀ ਹੈ ਜੀ ਇਹ ਤਾਂ ਪਿਛਲੀਆਂ ਸਰਕਾਰ ਦੀਆਂ ਨੀਤੀਆਂ ਸੀਗੀਆਂ, ਪਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਪਿਛਲੀ ਸਰਕਾਰ ਨੂੰ ਤਾਂ ਲੋਕਾਂ ਨੇ ਰਿਜੈਕਟ ਕਰ ਦਿੱਤਾ। ਤੁਹਾਨੂੰ 2014 ਦੇ ਵਿੱਚ ਐਬਸੋਲੂਟ ਮੈਜੋਰਟੀ ਦਿੱਤੀ, ਹੁਣ ਤੁਹਾਨੂੰ 2019 ਦੇ ਵਿੱਚ ਐਬਸੋਲੂਟ ਮੈਜੋਰਟੀ ਦਿੱਤੀ। ਜੇ ਤੁਸੀਂ ਪਿਛਲੀਆਂ ਸਰਕਾਰਾਂ ਵਾਲੇ ਹੀ ਕੰਮ ਕਰਨੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕ੍ਰੈਡੀਬਿਲਿਟੀ ਖਤਮ ਹੁੰਦੀ ਹੈ। ਕੇਂਦਰ ਸਰਕਾਰ ਨੂੰ ਬਿਲਕੁਲ ਅਜਿਹਾ ਨਹੀਂ ਕਰਨਾ ਚਾਹੀਦਾ। ਜਿਹੜਾ ਇਹਨਾਂ ਨੇ ਇਹ ਕੋਈ ਸੰਕਟ ਐਸਾ ਨਹੀਂ ਸੀ, ਨਾ ਹੀ ਕਿਸੇ ਕਿਸਾਨ ਸੰਗਠਨ ਨੇ, ਨਾ ਹੀ ਕਿਸੇ ਪੋਲੀਟੀਕਲ ਪਾਰਟੀ ਨੇ, ਕਿਸੇ ਵੀ ਪੋਲੀਟੀਕਲ ਪਾਰਟੀ ਨੇ ਇਹਨਾਂ ਕਾਨੂੰਨਾਂ ਦੀ ਕੋਈ ਮੰਗ ਨਹੀਂ ਸੀ ਕਰੀ ਹੈਗੀ। ਹੁਣ ਸਭ ਤੋਂ ਵੱਡੀ ਗੱਲ ਹੈ ਵੀ ਇਹ ਕਾਨੂੰਨ ਕਿਉਂ ਲੈ ਕੇ ਆਂਦੇ। ਮੈਂ ਤੁਹਾਨੂੰ ਥੋੜ੍ਹਾ ਪਿੱਛੇ ਲਿਜਾਣਾ ਚਾਹੁੰਦਾ ਵੀ 2020 ਦੇ ਵਿੱਚ ਮਾਰਚ ਅਪ੍ਰੈਲ ਦੌਰਾਨ ਫੇਸਬੁੱਕ ਦਾ ਔਰ ਜੀਓ ਰਿਲਾਇੰਸ ਦਾ ਜਿਹੜਾ ਸਮਝੌਤਾ ਹੋਇਆ, ਉਹਦੇ ਵਿੱਚ ਇਹਨਾਂ ਨੇ ਕੀ ਕਰਿਆ ਕਿ 120 ਮਿਲੀਅਨ ਜਿਹੜਾ ਸਾਡਾ ਫਾਰਮਰ ਹੈ, 40 ਮਿਲੀਅਨ ਸਾਡਾ ਛੋਟਾ ਵਪਾਰੀ ਹੈਗਾ ਤੇ 60 ਮਿਲੀਅਨ ਜਿਹੜਾ ਸਾਡਾ ਦੁਕਾਨਦਾਰ ਹੈਗਾ, ਛੋਟਾ ਦੁਕਾਨਦਾਰ ਹੈ, ਉਹਨੂੰ ਵਟਸਐਪ ਫੇਸਬੁੱਕ ਦੇ ਨੈਟਵਰਕ ਦੇ ਰਾਹੀਂ ਇਹ ਇਸ ਚੇਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ। ਇਸ ਕਰਕੇ ਇਹਨਾਂ ਦਾ ਜਿਹੜਾ ਸਮਝੌਤਾ ਹੈਗਾ ਉਹ ਹੋਇਆ ਹੈ ਔਰ ਇਹਦੇ ਨਾਲ ਜਿਹੜਾ ਸਾਰਾ ਵਪਾਰ ਹੈ ਉਹ ਖਤਮ ਹੋ ਜਾਏਗਾ। ਜਿਵੇਂ ਅਸੀਂ ਦੇਖਿਆ ਵੀ ਕਰੋਨਾ ਸੰਕਟ ਦੌਰਾਨ ਰਾਤੋਂ ਰਾਤ ਲੋਕਡਾਊਨ ਲਗਾ ਦਿੱਤਾ ਗਿਆ, ਉਸ ਤੋਂ ਬਾਅਦ ਫੇਸਬੁੱਕ ਆਨਲਾਈਨ ਜਿਹੜੀ ਪਰਚੇਜ਼ਿੰਗ ਹੈਗੀ ਹੈ ਹਰ ਵਿਅਕਤੀ ਨੇ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਹੈ। ਆਨਲਾਈਨ ਪਰਚੇਜ਼ਿੰਗ ਦਾ ਇੱਕ ਬਹੁਤ ਵੱਡਾ ਨੈਟਵਰਕ ਇਸ ਦੇਸ਼ ਦੇ ਵਿੱਚ ਤਿਆਰ ਹੋ ਗਿਆ ਤੇ ਉਸ ਨੈਟਵਰਕ ਨੂੰ ਫੇਸਬੁੱਕ ਔਰ ਰਿਲਾਇੰਸ ਜੀਓ ਆ ਜਿਹੜਾ ਉਹ ਆਪਣੇ ਵਪਾਰਿਕ ਹਿੱਤਾਂ ਦੇ ਲਈ ਵਰਤਣਾ ਚਾਹੁੰਦੇ ਨੇ। ਦੂਸਰੀ ਗੱਲ ਹੈ ਕਿ ਤੇਲ ਜਿਹੜਾ ਪੈਟਰੋਲੀਅਮ ਪਦਾਰਥ ਹੈ ਉਹਨਾਂ ਦੀ ਜਿਹੜੀ ਆਮਦ ਹੈ ਉਹ ਬਹੁਤ ਘਟ ਰਹੀ ਹੈ। ਉਹਨਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਅਸੀਂ ਦੇਖਿਆ ਪੈਟਰੋਲੀਅਮ ਪਦਾਰਥਾਂ ਦੀ ਬਜਾਏ ਜਿਹੜਾ ਬਿਜਲੀ ਤੰਤਰ ਹੈ ਉਹ ਮਕੈਨੀਕਲ ਖੇਤਰ ਦੇ ਵਿੱਚ ਬਹੁਤ ਵੱਡਾ ਆ ਰਿਹਾ ਹੈ, ਗੱਡੀਆਂ ਆ ਰਹੀਆਂ ਨੇ। ਸੋ ਜਿਹੜੇ ਵਪਾਰਕ ਘਰਾਣੇ ਨੇ ਇਹਨਾਂ ਨੂੰ ਬੜੀ ਨੀਤੀ ਨਾਲ ਪਤਾ ਹੈ ਵੀ ਇਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੈ ਖਤਮ ਹੋ ਰਹੀ ਹੈ ਤੇ ਇੱਕੋ ਇੱਕ ਚੀਜ਼ ਹੈ ਖਾਦ ਪਦਾਰਥਾਂ, ਜਿਨ੍ਹਾਂ ਦੇ ਉੱਤੇ ਅਸੀਂ ਜੇ ਕੰਸਨਟਰੇਟ ਕਰੀਏ ਤਾਂ ਸਾਡਾ ਸੈਂਕੜੇ ਸਾਲ ਬਿਜ਼ਨਸ ਜਿਹੜਾ ਚੱਲ ਸਕਦਾ ਹੈਗਾ। ਹੁਣੇ ਅਸੀਂ ਰਿਜ਼ਲਟ ਦੇਖਿਆ ਵੀ ਜਿਹੜੀ ਸਾਨੂੰ ਆਟਾ
17 ਤੋਂ ਲੈ ਕੇ 20 ਰੁਪਏ ਦੌਰਾਨ ਆਮ ਸ਼ਹਿਰਾਂ ਦੇ ਵਿੱਚ ਮਿਲਦਾ ਸੀਗਾ, ਉਹ ਕਰੋਨਾ ਸੰਕਟ ਦੌਰਾਨ 30 ਤੋਂ 35 ਤੱਕ ਵਿਕਦਾ ਰਿਹਾ। ਸੋ ਇਹ ਕਾਰਪੋਰੇਟ ਘਰਾਣੇ ਆ ਜਿਹੜੇ ਵੱਡੇ ਪੱਧਰ ਤੇ ਪਾਰਟੀਆਂ ਨੂੰ ਫੰਡਿੰਗ ਕਰਦੇ ਨੇ ਔਰ ਸਹਾਰਾ ਦਿੰਦੇ ਨੇ ਇਹ ਕਿ ਜੀ ਸਾਨੂੰ ਤੇ ਸਾਡੀ ਮਜਬੂਰੀ ਹੈ, ਅਸੀਂ ਨਵਾਂ ਬ੍ਰਾਂਡ ਲੈ ਕੇ ਆਉਣਾ ਹੈ, ਅਸੀਂ ਲੋਕਾਂ ਨੂੰ ਸ਼ੁੱਧ ਤੇ ਸਪਸ਼ਟ ਜਿਹੜਾ ਹੈਗਾ ਨੀਤੀ ਦੇ ਰਾਹੀਂ ਵਧੀਆ ਉੱਚ ਕੋਟੀ ਦਾ ਭੋਜਨ ਸਪਲਾਈ ਕਰਨਾ ਹੈ, ਖਾਦ ਪਦਾਰਥ ਸਪਲਾਈ ਕਰਨੇ ਨੇ। ਇਹ ਇਹਨਾਂ ਦੀ ਝੂਠੀ ਰਣਨੀਤੀ ਹੈ। ਝੂਠੀ ਰਣਨੀਤੀ ਦੇ ਰਾਹੀਂ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਨ ਦੇ ਲਈ ਸਰਕਾਰ ਨੇ ਬੈਕਡੋਰ ਦੇ ਰਾਹੀਂ ਪਾਲਿਸੀ ਲਿਆਂਦੀ। ਦੇਖੋ ਕਿੱਡੀ ਵੱਡੀ ਗੱਲ ਹੈ, ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ, 70 ਤੋਂ 80% ਅਸੀਂ ਖੇਤੀ ਤੇ ਨਿਰਭਰ ਹਾਂ। ਇਸ ਦੇਸ਼ ਦੇ ਵਿੱਚ ਖੇਤੀ ਕਾਨੂੰਨ ਦੀ ਚਰਚਾ ਹੀ ਨਹੀਂ ਹੋਈ, ਨਾ ਹੀ ਜਦੋਂ ਰਾਜ ਸਭਾ ਦੇ ਵਿੱਚ ਪਾਸ ਹੋਇਆ ਹੈ। ਅੱਜ ਤੱਕ ਜੋ ਵੀ ਰਾਜ ਸਭਾ ਦੇ ਵਿੱਚ ਹੋਇਆ ਅਸੀਂ ਸਾਰਿਆਂ ਨੇ ਨੈਸ਼ਨਲ ਟੀਵੀ ਤੇ ਦੇਖਿਆ ਹੈਗਾ, ਪਬਲਿਕ ਡੋਮੇਨ ਨੇ ਵੀ ਦੇਖਿਆ ਹੈਗਾ ਉਹਨੂੰ, ਕਿਸ ਤਰ੍ਹਾਂ ਇਹਨਾਂ ਨੇ ਉਹਨੂੰ ਜਾਣ ਬੁੱਝ ਕੇ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਪਾਸ ਕਰਾਇਆ। ਸੋ ਇਹ ਜਿਹੜੀਆਂ ਕੇਂਦਰ ਸਰਕਾਰ ਦੀਆਂ ਦਲੀਲਾਂ ਨੇ ਵੀ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਲੈ ਕੇ ਆ ਰਹੇ ਹਾਂ ਜਾਂ ਕਿਸਾਨ ਸੰਗਠਨ ਸਾਡੇ ਨਾਲ ਨੇ, ਇਹ ਬਿਲਕੁਲ ਝੂਠੀਆਂ ਨੇ। ਬਿਲਕੁਲ ਹਿੱਤ ਦੀ ਗੱਲ ਕੀਤੀ ਮਾਨਯੋਗ ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਕਿ ਹਾਲੇ ਤੱਕ ਕੋਈ ਵੀ ਸੰਗਠਨ ਜਿਹੜਾ ਹੈਗਾ ਸਾਡੇ ਕੋਲ ਅਜਿਹਾ ਨਹੀਂ ਆਇਆ ਜਿਹੜਾ ਕਹਿ ਰਿਹਾ ਕਿ ਇਸ ਦਾ ਫਾਇਦਾ ਹੈਗਾ। ਤੇ ਕਿਤੇ ਨਾ ਕਿਤੇ ਸਰਕਾਰ ਤੇ ਸਵਾਲ ਵੀ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ ਜਿਹੜੇ ਹੈਗੇ ਜਾਲੀ ਸੰਗਠਨ ਤਿਆਰ ਕਰਕੇ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾ ਰਹੇ ਆ, ਕਰਨ ਦੀ ਤਿਆਰੀ ਹੈ। ਬਿਲਕੁਲ ਦੇਖੋ ਜੀ, ਜਦੋਂ ਸਰਕਾਰ ਨੇ ਬਾਤਚੀਤ ਦਾ ਸੱਦਾ ਦਿੱਤਾ, ਕਿਸਾਨ ਸੰਗਠਨ ਖੁੱਲ੍ਹੇ ਦਿਲ ਦੇ ਨਾਲ ਉੱਥੇ ਗਏ। ਕਿਸਾਨ ਸੰਗਠਨਾਂ ਦੇ ਨਾਲ ਬਾਤਚੀਤ ਕਰਨ ਤੋਂ ਬਾਅਦ ਅਗਰ ਅਸੀਂ ਨਰਿੰਦਰ ਤੋਮਰ ਨੂੰ ਦੇਖੀਏ ਤਾਂ ਉਹਨਾਂ ਦਾ ਫੇਸ ਇੰਪ੍ਰੈਸ਼ਨ ਸੀ ਜਿਹੜਾ ਉਹ ਬੜਾ ਪੋਜ਼ਿਟਿਵ ਹੁੰਦਾ ਸੀਗਾ, ਪਰ ਅਲਟੀਮੇਟਲੀ ਜਿਹੜਾ ਉਹਨਾਂ ਦਾ ਸੋਲੂਸ਼ਨ ਸੀਗਾ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਕਰਨਾ ਸੀਗਾ। ਪ੍ਰਧਾਨ ਮੰਤਰੀ ਸਾਹਿਬ ਕਾਰਪੋਰੇਟ ਘਰਾਣਿਆਂ ਦੇ ਦਬਾਅ 'ਚ ਹੈ, RSS ਦੇ ਉਹਦੇ ਦਬਾਅ ਦੇ ਵਿੱਚ ਹੈ ਔਰ ਹੁਣ ਇਸ ਨੀਤੀ ਨੂੰ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਦੇਖ ਲਿਆ ਵੀ ਪਹਿਲਾਂ ਇਹਨਾਂ ਨੂੰ ਅਸੀਂ ਸਿੱਖ ਬਨਾਮ ਕੇਂਦਰ ਸਰਕਾਰ ਦਾ ਸੰਘਰਸ਼ ਬਣਾਈਏ, ਪਰ ਜਦੋਂ ਇਹ ਸੰਘਰਸ਼ ਕਿਸਾਨ ਬਨਾਮ ਕੇਂਦਰ ਸਰਕਾਰ ਦਾ ਬਣ ਗਿਆ ਤਾਂ ਹੁਣ ਜਿਹੜੀ ਸਰਕਾਰ ਹੈ ਉਹ ਬੈਕਫੁੱਟ ਤੇ ਹੈ। ਸਰਕਾਰ ਚਾਹੁੰਦੀ ਹੈ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਪ੍ਰੋਲੋਂਗ ਕਰੀਏ। ਪ੍ਰੋਲੋਂਗ ਕਰਨ ਦੇ ਬਾਅਦ ਉਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਲੰਮਾ ਸਮਾਂ ਹੋ ਜਾਂਦਾ ਕਿਸੇ ਨਾ ਕਿਸੇ ਤਰ੍ਹਾਂ ਅੰਦੋਲਨ ਦੇ ਵਿੱਚ ਕੋਈ ਨਾ ਕੋਈ ਕਮੀਆਂ ਨੀਤੀਆਂ ਦੇ ਵਿੱਚ ਕਮੀ ਆ ਜਾਂਦੀ ਹੈ ਤੇ ਉਹਦਾ ਫਾਇਦਾ ਸਰਕਾਰ ਚੱਕਣਾ ਚਾਹੁੰਦੀ ਆ। ਪਰ ਇਹ ਪਹਿਲਾ ਅੰਦੋਲਨ ਹੈ ਕਿ ਜਿੰਨਾ ਉਹ ਲੌਂਗ ਕਰ ਰਹੇ ਨੇ, ਜਿੰਨਾ ਇਹਨੂੰ ਪ੍ਰੋਲੋਂਗ ਕਰ ਰਹੇ ਨੇ, ਉਨਾ ਜ਼ਿਆਦਾ ਜਿਹੜਾ ਜਨ ਸਮਰਥਨ ਹੈਗਾ ਉਹ ਆਮ ਲੋਕਾਂ ਦਾ ਕਿਸਾਨਾਂ ਨੂੰ ਮਿਲ ਰਿਹਾ ਹੈ। ਕਮਲ ਜੀ, ਲਗਭਗ ਸੁਣਵਾਈ ਪੂਰੀ ਹੋ ਚੁੱਕੀ ਹੈ ਤੇ ਕੱਲ ਦੀ ਤਰੀਕ ਦਿੱਤੀ ਗਈ ਆ ਤੇ ਕੱਲ ਨੂੰ ਕੋਈ ਫੈਸਲਾ ਲਿਆ ਜਾ ਸਕਦਾ, ਕਿਵੇਂ ਦੇਖਦੇ ਹੋ? ਦੇਖੋ ਇਸ ਸਮੇਂ ਸਰਕਾਰ ਜਿਹੜੀ ਆ ਬਹੁਤ ਬੈਕਫੁੱਟ ਤੇ ਹੈਗੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਕਿਹਾ ਵੀ ਤੁਸੀਂ ਜੇਕਰ ਰੋਕ ਲਗਾਉਂਦੇ ਹੋ ਤਾਂ ਠੀਕ ਹੈ, ਨਹੀਂ ਤਾਂ ਅਸੀਂ ਇਹਨਾਂ ਦੀ ਐਗਜ਼ੀਕਿਊਸ਼ਨ ਤੇ ਰੋਕ ਲਗਾਈਏ। ਤਾਂ ਸੋਲਿਸਿਟਰ ਜਨਰਲ ਨੇ ਬੜਾ ਕਿਹਾ ਵੀ ਸਾਨੂੰ ਇਹਦੇ ਤੇ ਰੋਕ ਨਾ ਲਗਾਓ, ਸਾਨੂੰ ਸਮੇਂ ਦਿਓ। ਤਾਂ ਕੱਲ ਦੀ ਤਰੀਕ ਰੱਖੀ ਹੈ। ਇਸ ਤੋਂ ਬੜਾ ਕਲੀਅਰ ਹੈ ਵੀ ਸੁਪਰੀਮ ਕੋਰਟ ਨੇ ਮਨ ਬਣਾ ਲਿਆ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ, ਦੇਸ਼ ਦੇ ਆਵਾਮ ਦੇ ਨਾਲ ਖੜਨ ਦਾ। ਔਰ ਜਿਹੜੀ ਸਰਕਾਰ ਹੈ ਉਹ ਬੜੇ ਬੈਕਫੁੱਟ ਤੇ ਆ। ਸੋਲਿਸਿਟਰ ਜਨਰਲ ਕੱਲ ਨੂੰ ਕੋਈ ਨਾ ਕੋਈ ਸਰਕਾਰ ਪੱਖੀ ਜਿਹੜਾ ਰਵੱਈਆ ਹੈਗਾ ਉਹ ਕੋਰਟ ਦੇ ਵਿੱਚ ਲੈ ਕੇ ਆਉਣਗੇ ਔਰ ਹੋ ਸਕਦਾ ਹੈ ਸਰਕਾਰ ਹਲਫਨਾਮਾ ਦਾਇਰ ਕਰੇ ਵੀ ਅਸੀਂ ਇਹਨਾਂ ਤੇ ਰੋਕ ਲਗਾ ਦਿੱਤੀ ਹੈ, ਤਤਕਾਲੀਨ ਅਸੀਂ ਰੋਕ ਲਗਾ ਦਿੱਤੀ ਹੈ। ਇੱਦਾਂ ਦਾ ਕੁਝ ਸਰਕਾਰ ਕੁਝ ਨਾ ਕੁਝ ਕਰ ਸਕਦੀ ਹੈ। ਕਿਸਾਨਾਂ ਦੇ ਵਕੀਲ ਵੱਲੋਂ ਵੀ ਉੱਥੇ ਜਿਹੜਾ ਦੱਸਿਆ ਗਿਆ ਕਿ ਨੁਕਸਾਨ ਹੁਣ ਤੱਕ 60 ਤੋਂ 70 ਜਿਹੜੇ ਹੈਗੇ ਆ ਕਿਸਾਨਾਂ ਦੀ ਜਾਨ ਜਾ ਚੁੱਕੀ ਆ, ਖੁੱਲ੍ਹੇ ਅਸਮਾਨ ਦੇ ਹੇਠਾਂ ਬਜ਼ੁਰਗ ਬੱਚੇ ਬੈਠੇ ਆ, ਉਸ ਵੱਲੋਂ ਵੀ ਦਲੀਲਾਂ ਦਿੱਤੀਆਂ ਗਈਆਂ ਕਿਤੇ ਕਿਤੇ ਸਰਕਾਰ ਨਹੀਂ ਮੰਨ ਰਹੀ। ਦੇਖੋ ਇਹ ਜਿਹੜੀ ਹੈ ਨੈਤਿਕ ਹਾਰ ਹੈ ਸਰਕਾਰ ਦੀ, ਤੇ ਦੂਸਰਾ ਕ੍ਰੈਡੀਬਿਲਿਟੀ ਤੇ ਸਰਕਾਰ ਦੀ ਤੇ ਕੁਐਸਚਨ ਆਉਂਦਾ ਹੈ। ਜਦੋਂ ਪੀਸਫੁਲ ਐਜੀਟੇਸ਼ਨ ਦੇ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਬਣਦੀ ਹੈ। ਅਦਰਵਾਈਜ਼ ਤਾਂ ਸਾਰੇ ਲੋਕੀ ਘਰ ਬੈਠੇ ਸੀਗੇ, ਆਪਣੇ ਬੜੇ ਸ਼ਾਂਤੀ ਦੇ ਨਾਲ ਬੈਠੇ ਸੀਗੇ। ਪਿਛਲੇ 3.5 ਮਹੀਨੇ ਤੋਂ ਕਿਸਾਨ ਸੜਕਾਂ ਤੇ ਹੈਗਾ, ਤਾਂ ਇਹ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਸੀ। ਦੂਸਰਾ ਪੱਖ ਅਸੀਂ ਇਹ ਦੇਖੀਏ ਵੀ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਅੰਦੋਲਨ ਦੇ ਹੱਕ ਦੇ ਵਿੱਚ ਜਾਂ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਸੰਬੰਧੀ ਤਾਂ ਕੁਝ ਵੀ ਨਹੀਂ ਬੋਲ ਰਹੇ। ਜਿਨ੍ਹਾਂ ਦਿਨਾਂ ਤੋਂ ਸਤੰਬਰ ਮਿਡਲ ਤੋਂ ਇਹ ਅੰਦੋਲਨ ਸਟਾਰਟ ਹੋਇਆ ਹੈ ਉਦੋਂ ਤੋਂ ਹੀ ਉਹ ਇਹ ਪ੍ਰਚਾਰ ਕਰ ਰਹੇ ਨੇ ਵੀ ਇਹ ਕਾਨੂੰਨ ਬਹੁਤ ਵਧੀਆ ਨੇ। ਕਾਨੂੰਨ ਸਰਕਾਰ ਇਸ ਕਰਕੇ ਲੈ ਕੇ ਆਈ ਵੀ ਕਿਸਾਨ ਦੀ ਆਮਦਨ ਅਸੀਂ ਡਬਲ ਕਰ ਰਹੇ ਹਾਂ, ਕਿਸਾਨ ਨੂੰ ਅਸੀਂ ਅਮੀਰ ਬਣਾ ਰਹੇ ਹਾਂ। ਪਰ ਦੇਖੋ ਕਿੰਨੀ ਘਟੀਆ ਤੇ ਹੋਸ਼ੀ ਰਾਜਨੀਤੀ ਹੈਗੀ ਆ ਵੀ ਜਿਹੜਾ ਕਿਸਾਨ ਪ੍ਰਦਰਸ਼ਨ ਕਰ ਰਿਹਾ ਉਸ ਨੂੰ ਇਹਦਾ ਇੱਕ ਵੀ ਫਾਇਦਾ ਸਰਕਾਰ ਨਹੀਂ ਦੱਸ ਸਕੀ। ਜਿਹੜੇ ਖੇਤੀ ਸੈਕਟਰ ਪੰਜਾਬ ਤੋਂ ਹਰਿਆਣੇ ਤੋਂ ਬਹੁਤ ਪਿਛੜੇ ਹੋਏ ਨੇ ਉਹਨਾਂ ਲੋਕਾਂ ਦੇ ਵਿੱਚ ਜਿੱਥੇ ਅੱਜ ਵੀ 1000 ਰੁਪਏ ਕੁਇੰਟਲ ਕਣਕ ਮਿਲਦੀ ਹੈ, 800 ਰੁਪਏ ਨੂੰ ਮੱਕੀ ਵਿਕ ਰਹੀ ਹੈ, 1200 ਰੁਪਏ ਨੂੰ ਜੀਰੀ ਵਿਕ ਰਹੀ ਹੈ, ਉਹਨਾਂ ਲੋਕਾਂ ਨੂੰ, ਉਹਨਾਂ ਕਿਸਾਨਾਂ ਨੂੰ ਇਹ ਫਾਇਦੇ ਦੱਸ ਰਹੇ ਨੇ। ਹਾਂ ਉਹ ਕਿਸਾਨ ਜਿਹੜਾ ਹੈ ਉਹ ਇੰਨਾ ਇੰਟੈਲੀਜੈਂਟ ਕਿਸਾਨ ਨਹੀਂ ਹੈ
ਕਿ ਉਹ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਘੋ ਕੇ ਉਹਨਾਂ ਦੇ ਦੂਰਗਾਮੀ परिणाम ਨੂੰ ਸਮਝ ਸਕੇ। ਸੋ ਇੱਕ ਪ੍ਰਧਾਨ ਮੰਤਰੀ ਸਾਹਿਬ ਪਿਛਲੇ 3 ਮਹੀਨੇ ਤੋਂ ਇਹੀ ਪ੍ਰਚਾਰ ਕਰ ਰਹੇ ਨੇ, ਨਾ ਉਹਨਾਂ ਨੇ ਇਕਨੋਮਿਕ ਨੂੰ ਡਿਵੈਲਪ ਕਰਨ ਦੀ ਕੋਈ ਗੱਲ ਕੀਤੀ ਹੈ, ਨਾ ਅਨਐਮਪਲੋਇਮੈਂਟ ਦੀ ਗੱਲ ਕਰੀ ਹੈ, ਨਾ ਕਮਲ ਜੀ ਮੈਂ ਗੱਲ ਟੋਕਾਂਗਾ ਕਿ ਵੀਡੀਓ ਕਾਨਫਰੰਸਿੰਗ ਹੁਣ ਤੱਕ ਕਈ ਵਾਰੀ ਪ੍ਰਧਾਨ ਮੰਤਰੀ ਜੀ ਕਰ ਚੁੱਕੇ ਆ ਗੁਜਰਾਤ ਦੇ ਕਿਸਾਨਾਂ ਦੀ। ਇਹਨਾਂ ਕਿਸਾਨਾਂ ਦੇ ਵਿੱਚ ਰੋਸ ਆ ਜਿਸ ਨੂੰ ਅਸੀਂ ਪ੍ਰਧਾਨ ਮੰਤਰੀ ਬਣਾਇਆ, ਉਸਨੇ ਅੱਜ ਤੱਕ ਮੋਰਚੇ ਦੇ ਉੱਤੇ ਜਿਹੜੇ ਹੈਗੇ ਆ ਲੱਗੇ ਹੋਏ ਕਿਸਾਨ ਡਟੇ ਹੋਏ ਨੇ, ਉਹਨਾਂ ਦੇ ਨਾਲ ਲੀਡਰਾਂ ਦੇ ਨਾਲ ਇੱਕ ਵਾਰੀ ਵੀ ਵੀਡੀਓ ਕਾਨਫਰੰਸਿੰਗ ਤੇ ਇਸ ਮੁੱਦੇ ਤੇ ਉੱਤੇ ਗੱਲ ਨਹੀਂ ਕੀਤੀ, ਨਾ ਕਾਨੂੰਨ ਸਮਝਾਉਣ ਦੀ ਗੱਲ ਕੀਤੀ ਆ ਵੀ ਉਹਨਾਂ ਨਾਲ ਗੱਲਬਾਤ ਕਰਕੇ ਸਮਝਾਏ ਜਾ ਸਕਣ ਜਾਂ ਕਿਸਾਨਾਂ ਦੀ ਗੱਲਬਾਤ ਕੀਤੀ ਜਾ ਸਕੇ। ਦੇਖੋ ਪੰਜਾਬੀ 'ਚ ਇੱਕ ਕਹਾਵਤ ਹੈ, ਚੋਰ ਦੀ ਦਾੜੀ ਦੇ ਵਿੱਚ ਤਿਣਕਾ। ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਪਤਾ ਹੈ ਵੀ ਇਹ ਕਾਨੂੰਨ ਜਿਹੜੇ ਆ ਕਾਰਪੋਰੇਟ ਦਬਾਅ ਦੇ ਹੇਠ ਬਣਾਏ ਗਏ ਆ ਤੇ ਉਹ ਸਹੀ ਸਵਾਲਾਂ ਦਾ ਜਿਹੜਾ ਸਾਹਮਣਾ ਉਹ ਕਰ ਨਹੀਂ ਸਕਦੇ। ਉਹ ਸਿਰਫ ਮਨ ਕੀ ਬਾਤ ਕਰ ਸਕਦੇ ਆ, ਜਨ ਦੀ ਬਾਤ ਉਹ ਕਦੇ ਸੁਣ ਨਹੀਂ ਸਕਦੇ। ਉਹਨਾਂ ਨੂੰ ਜਨ ਦੀ ਬਾਤ ਸੁਣਨੀ ਚਾਹੀਦੀ ਹੈ। ਜੇਕਰ ਉਹ ਇਹਨਾਂ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰਨਗੇ, ਚਾਹੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲ ਕਰਨ, ਤਾਂ ਉਹਨਾਂ ਨੂੰ ਸਪਸ਼ਟ ਪਤਾ ਹੈ ਵੀ ਮੀਡੀਆ ਦੇ ਵਿੱਚ ਇਹ ਗੱਲ ਆ ਜਾਣੀ ਆ ਵੀ ਪ੍ਰਧਾਨ ਮੰਤਰੀ ਸਾਹਿਬ ਸਾਡੀਆਂ ਸਹੀ ਔਰ ਸੰਵਿਧਾਨਿਕ ਸਵਾਲਾਂ ਦਾ ਜਵਾਬ ਦੇਣ 'ਚ ਅਸਫਲ ਰਹੇ ਆ, ਜਿਸ ਕਰਕੇ ਮੋਦੀ ਸਾਹਿਬ ਇਹਨਾਂ ਕਿਸਾਨਾਂ ਤੋਂ ਵਾਰਤਾਲਾਪ ਕਰਨ ਤੋਂ ਭੱਜ ਰਹੇ ਆ। ਸਰਕਾਰ ਨੇ ਵੀ ਫਟਕਾਰ ਲਗਾਈ ਹੈ ਵੀ ਕਿਤੇ ਨਾ ਕਿਤੇ ਅਗਰ ਮਾਹੌਲ ਖਰਾਬ ਹੁੰਦਾ, ਖੂਨ ਖਰਾਬਾ ਹੁੰਦਾ ਤਾਂ ਅਸੀਂ ਸਾਰੇ ਇਸ ਦੇ ਜ਼ਿੰਮੇਵਾਰ ਹੋਵਾਂਗੇ, ਵੀ ਚਿੰਤਾ ਪ੍ਰਗਟਾਈ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ। ਦੇਖੋ ਸੁਪਰੀਮ ਕੋਰਟ ਨੇ ਪਿਛਲੇ ਇਤਿਹਾਸ ਨੂੰ ਦੇਖਦੇ ਹੋਏ ਆ, ਜੋ ਸਾਡਾ ਸਰਕਾਰਾਂ ਦਾ ਇਤਿਹਾਸ ਰਿਹਾ ਹੈ ਅੰਦੋਲਨਾਂ ਨੂੰ ਕੁਚਲਣ ਦਾ, ਅੰਦੋਲਨਾਂ ਨੂੰ ਆਮ ਤੌਰ ਤੇ ਸਰਕਾਰਾਂ ਜਿਹੜੀਆਂ ਫਿਰਕਾ ਪ੍ਰਸਤੀ, ਧਰਮ, ਨਸਲ, ਰੰਗਵਾਦ ਦੇ ਵਿੱਚ ਵੰਡ ਕੇ ਦੰਗੇ ਫਸਾਦ ਕਰਾਉਂਦੀਆਂ ਨੇ। ਉਸ ਤੋਂ ਬਾਅਦ ਆਖਰੀ ਹੱਲ ਹੁੰਦਾ ਹੈ ਕਿ ਕਮੇਟੀਆਂ ਬਿਠਾ ਦਿੱਤੀਆਂ ਜਾਂਦੀਆਂ ਨੇ। ਸੁਪਰੀਮ ਕੋਰਟ ਨੇ ਅਗਾਹਾਂ ਦੀ ਸੋਚ ਕੇ ਇਹ ਬਹੁਤ ਵੱਡਾ ਜਿਹੜਾ ਕਮੈਂਟ ਹੈ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈ ਵੀ ਜੇਕਰ ਕੋਈ ਖੂਨ ਖਰਾਬਾ ਹੁੰਦਾ ਹੈ ਜਾਂ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਜਿਹਦੇ ਨਾਲ ਅੰਦੋਲਨ ਹਿੰਸਕ ਹੋ ਜਾਂਦਾ ਹੈਗਾ, ਤਾਂ ਉਹ ਸਾਡੇ ਸਾਰਿਆਂ ਦੇ ਉੱਤੇ ਬਹੁਤ ਵੱਡਾ ਸਵਾਲ ਹੈ। ਸੋ ਮੈਨੂੰ ਲੱਗਦਾ ਹੈ ਵੀ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਸੰਵਿਧਾਨ ਦੇ ਹੱਕ ਵਿੱਚ ਔਰ ਦੇਸ਼ ਦੇ ਹੱਕ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਹੈ ਉਹ ਕਿਸਾਨ ਪੱਖੀ ਔਰ ਦੇਸ਼ ਦੇ ਨਾਗਰਿਕ ਪੱਖੀ ਹੋਵੇਗਾ। ਅੱਜ ਦੀ ਗੱਲਬਾਤ ਜੋ ਹੋਈ ਆ ਉਸ ਨੂੰ ਦੇਖਦੇ ਹੋਏ ਕਿਵੇਂ ਦੇਖਦੇ ਹੋ ਕੱਲ ਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਫੈਸਲੇ ਆ ਸਕਦੇ ਆ, ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਆ ਜਾਂ 26 ਦੀ ਜਿਹੜੀ ਹੈਗੀ ਰਣਨੀਤੀ ਬਣਾਈ ਆ ਉਸ ਦੇ ਉੱਤੇ ਵੀ ਕੋਈ ਇਸ ਦਾ ਅਸਰ ਪੈ ਸਕਦਾ? ਦੇਖੋ ਅੱਜ ਅਗਰ ਜਦੋਂ ਉਹਨਾਂ ਨੇ ਮਿੰਨਤਾਂ ਕਰਕੇ ਸਰਕਾਰ ਨੇ ਡੇਟ ਲਈ ਹੈ ਤਾਂ ਕੱਲ ਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਪੋਜ਼ਿਟਿਵ ਰਿਸਪੌਂਸ ਸੁਪਰੀਮ ਕੋਰਟ ਨੂੰ ਦੇਣਗੇ, ਜਾਂ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਕੇ ਆਂਸ਼ਿਕ ਰੋਕ ਲਗਾਏਗੀ, ਜਾਂ ਕੋਈ ਹੋਰ ਹੱਲ ਜਿਹੜਾ ਉਹ ਬੈਠ ਕੇ ਕੱਢਣਗੇ। ਦੂਸਰੀ ਗੱਲ ਹੈ 26 ਤਰੀਕ ਦਾ ਜਿਹੜਾ ਮਸਲਾ ਸੀਗਾ ਜੀ, 26 ਤਰੀਕ ਦੇ ਅਗਰ ਕਾਨੂੰਨ ਹੋਲਡ ਸੁਪਰੀਮ ਕੋਰਟ ਖੁਦ ਕਰ ਦਿੰਦੀ ਹੈ, ਸਰਕਾਰ ਕਰ ਦਿੰਦੀ ਹੈ, ਤਾਂ ਨੈਚੁਰਲੀ ਸੁਪਰੀਮ ਕੋਰਟ ਫਿਰ ਕਹੇਗਾ ਕਿ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਟਰੈਕਟਰ ਦੇ ਰਾਹੀਂ ਨਾ ਪ੍ਰਵੇਸ਼ ਕਰਨ, ਜਾਂ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਕਰ ਸਕਦੀ ਹੈ ਵੀ ਕਿਸਾਨਾਂ ਦੇ ਪ੍ਰਤੀਨਿਧੀਆਂ ਨੂੰ ਜਾਂ ਕਿਸਾਨਾਂ ਦੇ ਲਈ ਕਿਸਾਨਾਂ ਦੀ ਹਾਜ਼ਰੀ ਦੇ ਵਿੱਚ ਟਰੈਕਟਰਾਂ ਦੀ ਜਿਹੜੀ ਪਰੇਡ ਹੈ ਉਹ ਕਰਾਈ ਜਾਵੇ। ਸੁਪਰੀਮ ਕੋਰਟ ਇਹ ਫੈਸਲਾ ਲੈ ਸਕਦੀ ਹੈ। ਸੋ ਬਿਲਕੁਲ ਕਿਸਾਨੀ ਸੰਘਰਸ਼ ਨਾਲ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੱਲ ਦੀ ਤਰੀਕ ਦਿੱਤੀ ਗਈ ਹੈ ਮਸਲੇ ਨੂੰ ਹੱਲ ਕਰਨ ਦੇ ਲਈ। ਕੱਲ ਨੂੰ ਹੋ ਸਕਦਾ ਕਿ ਜਿਵੇਂ ਅੱਜ ਗੱਲਬਾਤ ਕੀਤੀ ਗਈ ਸੀ ਕਿ ਅਗਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਤੇ ਰੋਕ ਨਹੀਂ ਲਗਾ ਸਕਦੀ ਤਾਂ ਇਸ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਪਵੇਗਾ ਰੋਕ ਲਗਾਉਣ ਦੇ ਲਈ। ਤੇ ਇਸ ਤੋਂ ਇਲਾਵਾ ਗੱਲ ਕੀਤੀ ਗਈ ਹੈ ਕਿ ਕੱਲ ਦਾ ਸਮਾਂ ਦਿੱਤਾ ਗਿਆ ਹੈ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ। ਹਾਲਾਂਕਿ ਸਰਕਾਰੀ ਵਕੀਲ ਵੱਲੋਂ ਕਿਹਾ ਗਿਆ ਸੀਗਾ ਕਿ 15 ਤਰੀਕ ਨੂੰ ਇਸ ਮਸਲੇ ਦੇ ਉੱਤੇ ਮੀਟਿੰਗ ਹੈਗੀ ਹੈ ਕਿਸਾਨਾਂ ਦੇ ਨਾਲ, ਉਦੋਂ ਤੱਕ ਕੋਈ ਰੋਕ ਨਾ ਲਗਾਈ ਜਾਵੇ, ਪਰੰਤੂ ਮਾਨਯੋਗ ਅਦਾਲਤ ਨੇ ਜਿਹੜਾ ਹੈਗਾ ਇਸ ਦੇ ਉੱਤੇ ਤੁਰੰਤ ਸੁਣਵਾਈ ਕਰਦੇ ਹੋਏ ਕੱਲ ਦੀ ਤਰੀਕ ਰੱਖੀ ਹੈ। ਹੁਣ ਕੱਲ ਨੂੰ ਦੇਖਣਾ ਹੋਵੇਗਾ ਕਿ ਮਾਨਯੋਗ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੇ, ਕੀ ਸੁਣਵਾਈ ਕਰਕੇ ਕੀ ਫੈਸਲਾ ਦਿੰਦੇ ਆ, ਕਿਸਾਨਾਂ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ ਕਿ 26 ਤਰੀਕ ਨੂੰ ਜੋ ਟਰੈਕਟਰ ਜੋ ਮਾਰਚ ਕੀਤਾ ਜਾਣਾ ਹੈ ਲਾਲ ਕਿਲ੍ਹੇ ਦੇ ਉੱਤੇ ਉਹ ਉਸ ਨੂੰ ਲੈ ਕੇ ਕੀ ਫੈਸਲਾ ਆਉਂਦਾ ਹੈ। ਆਕਾਸ਼ ਮਾਹੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ, ਰੂਪਨਗਰ।